ਅੱਜ ਦਾ ਮੁੱਦਾ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅੱਜ ਅਸੀਂ ਇੱਕ ਬੜੇ ਹੀ ਇੰਪੋਰਟੈਂਟ ਟੌਪਿਕ ਬਾਰੇ ਗੱਲ ਕਰਨ ਲੱਗੇ ਹਾਂ ਜੋ ਸਾਡੇ ਪ੍ਰੈਜ਼ੈਂਟ, ਸਾਡੇ ਬੱਚਿਆਂ ਦੇ ਪ੍ਰੈਜ਼ੈਂਟ, ਉਹਨਾਂ ਦੇ ਫਿਊਚਰ ਤੇ ਸਾਡੇ ਫਿਊਚਰ ਜਨਰੇਸ਼ਨਸ ਵਾਸਤੇ ਬਹੁਤ ਜ਼ਰੂਰੀ ਹੈ। ਉਹ ਟੌਪਿਕ ਹੈ ਐਜੂਕੇਸ਼ਨ ਦਾ। ਅਸੀਂ ਸਾਰੇ ਐਜੂਕੇਸ਼ਨ ਦੀ ਇੰਪੋਰਟੈਂਸ ਨੂੰ ਸਮਝਦੇ ਹਾਂ ਔਰ ਅਸੀਂ ਸਭ ਸਮਝਦੇ ਹਾਂ ਕਿ ਕਿਸੇ ਵੀ ਪਰਿਵਾਰ ਵਾਸਤੇ, ਕਿਸੇ ਵੀ ਇੰਡੀਵਿਜੂਅਲ ਵਾਸਤੇ, ਵਿਅਕਤੀ ਵਾਸਤੇ, ਕਿਸੇ ਵੀ ਸਮਾਜ ਵਾਸਤੇ, ਕਿਸੇ ਵੀ ਮੁਲਕ ਵਾਸਤੇ ਐਜੂਕੇਸ਼ਨ ਤੋਂ ਜ਼ਿਆਦਾ ਵੱਡੀ ਇਨਵੈਸਟਮੈਂਟ ਅੱਜ ਦੀ ਡੇਟ ਵਿੱਚ ਕੋਈ ਨਹੀਂ ਹੈ। ਅਸੀਂ ਹਾਲੇ ਵੀ ਇਸ ਮੁਲਕ ਵਿੱਚ ਨਵੇਂ ਹਾਂ। ਇਸ ਮੁਲਕ ਦਾ ਜੋ ਐਜੂਕੇਸ਼ਨ ਸਿਸਟਮ ਹੈ ਉਹ ਉਸ ਮੁਲਕ ਤੋਂ, ਉਸ ਸਮਾਜ ਤੋਂ ਜਿੱਧਰੋਂ ਅਸੀਂ ਇਸ ਮੁਲਕ ਵਿੱਚ ਆਏ ਹਾਂ ਉਸ ਨਾਲੋਂ ਡਿਫਰੈਂਟ ਹੈ। ਇਹ ਸਿਸਟਮ ਸਾਡੇ ਵਾਸਤੇ ਸਮਝਣਾ ਬਹੁਤ ਜ਼ਰੂਰੀ ਹੈ ਔਰ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਕੁਝ ਐਕਸਪਰਟਸ, ਕੁਝ ਜਿਹੜੇ ਬੰਦੇ ਜਿਨ੍ਹਾਂ ਦਾ ਐਕਸਪੀਰੀਅੰਸ ਸਾਡੇ ਤੋਂ ਜ਼ਿਆਦਾ ਹੈਗਾ ਇਨ ਫੀਲਡਸ ਵਿੱਚ, ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ, ਤੁਹਾਡੇ ਨਾਲ ਰੂਬਰੂ ਕਰਾਈਏ ਤਾਂ ਕਿ ਉਹਨਾਂ ਦੇ ਐਕਸਪੀਰੀਅੰਸ ਤੋਂ ਅਸੀਂ ਕੁਝ ਸਿੱਖ ਸਕੀਏ। ਸਾਡੇ ਬੱਚਿਆਂ ਲਈ, ਸਾਡੇ ਫਿਊਚਰ ਲਈ, ਜਿੱਦਾਂ ਆਪਾਂ ਗੱਲ ਕੀਤੀ, ਸਾਡੀ ਫਿਊਚਰ ਜਨਰੇਸ਼ਨਸ ਲਈ ਇਹ ਬਹੁਤ ਬਹੁਤ ਜ਼ਰੂਰੀ ਹੈ। ਅੱਜ ਅਸੀਂ ਇਨਵਾਈਟ ਕੀਤਾ ਸਕਾਈਪ ਦੇ ਰਾਹੀਂ ਪ੍ਰੋਫੈਸਰ ਮਨਦੀਪ ਸਿੰਘ ਮਲਹੋਤਰਾ ਜੀ ਨੂੰ, ਜੋ ਕਿ ਇੱਕ ਫਾਰਮਰ ਪ੍ਰੋਫੈਸਰ ਰਹਿ ਚੁੱਕੇ ਹਨ। ਇਸ ਵੇਲੇ ਪ੍ਰਾਈਵੇਟ ਇਕੁਇਟੀ ਦੀ ਦੁਨੀਆ ਵਿੱਚ ਇੱਕ ਬੜੇ ਸੀਨੀਅਰ ਪ੍ਰੋਫੈਸ਼ਨਲ ਹੈਗੇ। ਮਨਦੀਪ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਮਨਦੀਪ ਜੀ, ਅੱਜ ਸਾਡੇ ਨਾਲ ਗੱਲ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਜਿੱਦਾਂ ਆਪਾਂ ਸ਼ੁਰੂ ਵਿੱਚ ਕਿਹਾ, ਇਹ ਟੌਪਿਕ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਅਸੀਂ ਇੱਕ ਡਿਫਰੈਂਟ ਸਿਸਟਮ ਤੋਂ ਆਉਂਦੇ ਹਾਂ। ਅਸੀਂ ਐਜੂਕੇਸ਼ਨ ਨੂੰ ਐਜ਼ ਅ ਸੋਸਾਇਟੀ, ਐਜ਼ ਅ ਕਮਿਊਨਿਟੀ ਬੜੀ ਇੰਪੋਰਟੈਂਸ ਦਿੰਦੇ ਹਾਂ, ਮਗਰ ਹਾਲੇ ਵੀ ਇਸ ਮੁਲਕ ਦਾ ਜਿਹੜਾ ਸਿਸਟਮ ਹੈ ਅਸੀਂ ਪੂਰੀ ਤਰ੍ਹਾਂ ਸਮਝਦੇ ਨਹੀਂ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਉਸ ਦੇ ਵਿੱਚ ਹੈਲਪ ਕਰੋ। ਮੈਂ ਸਭ ਤੋਂ ਪਹਿਲੇ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ, ਮੈਂ ਚਾਹਾਂਗਾ ਕਿ ਤੁਸੀਂ ਇਹ ਗੱਲ ਆਪਣੇ ਤੁਸੀਂ ਬਿਆਨ ਕਰੋ ਕਿ ਕਿਉਂ ਇਸ ਮੁਲਕ ਵਿੱਚ ਅੱਜ ਦੀ ਗਲੋਬਲਾਈਜ਼ਡ ਇਕੋਨਮੀ ਵਿੱਚ, ਅੱਜ ਦੀ ਨੌਲੇਜ ਇਕੋਨਮੀ ਵਿੱਚ ਕਾਲਜ ਜਾਣਾ ਜਾਂ ਹਾਇਰ ਐਜੂਕੇਸ਼ਨ ਅਚੀਵ ਕਰਨਾ ਕਿਉਂ ਇੰਨਾ ਇੰਪੋਰਟੈਂਟ ਹੈ? ਕਾਫੀ ਕੁਐਸਚਨ ਆ ਗਏ ਨੇ ਇਕੱਠੇ ਹੀ ਜੀ। ਪੜ੍ਹਾਈ ਲਿਖਾਈ ਤਾਂ ਵੇਖੋ has become a very important tool for most families or most people who are growing to step up to first make a living and then run a family. ਜੀ। ਨਹੀਂ ਤਾਂ ਉਸ ਤੋਂ ਇਲਾਵਾ you are in farming, or if you are not skilled then you just do what you get ਜੀ to do. ਤਾਂ 300 ਸਾਲ ਪਹਿਲਾਂ ਇਸ ਦੁਨੀਆ ਵਿੱਚ ਪੜ੍ਹਾਈ ਲਿਖਾਈ was very limited. ਜੀ। And I say that because not books say that or anything else, because once we are in the Western world, when you look at people's graves, sometimes it's a very different way of looking at things, ਕਿ ਉਹਨਾਂ ਦੀ grave ਤੇ ਕੁਝ ਲਿਖਿਆ ਨਹੀਂ ਹੁੰਦਾ ਸੀ। ਹਾਂਜੀ। ਉਹ ਨਿਸ਼ਾਨ ਬੜੇ ਹੁੰਦੇ ਸੀ ਕਿ ਕਰਦਾ ਕੀ ਸੀ। ਅੱਛਾ ਜੀ। ਉਹ ਹਲ ਵਾਹੁੰਦਾ ਸੀ ਤਾਂ ਹਲ ਬੰਨਿਆ ਹੁੰਦਾ ਸੀ, ਉਹ ਫਾਵੜਾ ਚਲਾਉਂਦਾ ਤਾਂ ਫਾਵੜਾ ਬਣਿਆ ਹੁੰਦਾ ਸੀ, ਮਤਲਬ ਇੱਟਾਂ ਵਿਛਾਉਂਦਾ ਤਾਂ ਇੱਟਾਂ ਬਣੀਆਂ ਹੁੰਦੀਆਂ ਸੀਗੀਆਂ। ਮਤਲਬ ਕਿ ਪੂਰੀ ਫੈਮਿਲੀ 'ਚ ਕੋਈ ਪੜ੍ਹਿਆ ਲਿਖਿਆ ਨਹੀਂ ਹੁੰਦਾ ਸੀ जी। और कोई पढ़ा लिखा उनकी हेल्प भी नहीं करता था जी। कि मैं लिख दूं या कुछ कर दूं, कि मतलब उनको अपने नाम भी नहीं लिखने आते थे। यहाँ तक that's how we find out कि most of the graves, if you go around to the old graves, पढ़ाई लिखाई सीखी नहीं। जी। एंड फिर पढ़ाई लिखाई शुरू हुई किस तरह, इनमें स्कूल यूनिवर्सिटीज खुलियां किस तरह, because now we live in a country which has more universities than anywhere else on the world. जी। है ना? कई बहुत ਵਧੀਆ ਗਿਣੀਆਂ ਗਈਆਂ, ਕਈ ਸੈਕੰਡ ਈਅਰ, ਥਰਡ ਈਅਰ, ਫੋਰਥ ਈਅਰ, ਸਟੇਟ ਸਕੂਲ, ਸਿਟੀ ਸਕੂਲਸ ਕਾਫੀ ਖੁੱਲ ਗਈਆਂ ਐਂਡ ਖੁੱਲੀਆਂ ਜਾ ਰਹੀਆਂ ਨੇ। ਹੁਣ ਪਹਿਲੀ ਵਾਰ ਇਹ ਹੈ ਕਿ ਬੰਦ ਵੀ ਹੋਣੀਆਂ ਸ਼ੁਰੂ ਹੋ ਗਈਆਂ ਨੇ। ਜੀ। This COVID has created a new scenario ਕਿ ਘਰ ਬੈਠ ਕੇ ਪੜ੍ਹ ਲਓ, ਘਰ ਬੈਠ ਕੇ ਕੰਮ ਕਰ ਲਓ। That's the first one. Now, पढ़ाई लिखाई क्यों इंपॉर्टेंट है?
ਕਿਉਂਕਿ ਟੈਕਨੋਲੋਜੀ ਜਦੋਂ ਪਹਿਲੀ ਇੰਡਸਟਰੀਅਲ ਰਿਵੋਲੂਸ਼ਨ ਆਈ ਉਹ ਜੀ। ਮਸ਼ੀਨਾਂ ਚਲਾਉਣ ਲਈ ਬੰਦੇ ਪੜ੍ਹੇ ਲਿਖੇ ਚਾਹੀਦੇ ਸੀ ਹੂੰ engineers were there. The pharmaceutical sector, which was very big in Germany, ਜੀ ਉਹਨਾਂ ਦੇ ਬੜੀ ਡਿਵੈਲਪਮੈਂਟ ਸੀਗੀ ਫਰਸਟ ਵਰਲਡ ਵਾਰ ਸੈਕੰਡ ਵਰਲਡ ਤੱਕ but then US got all those pharma industries as a reward for winning the second world war. तो सारी फैक्ट्रियां लेके आ गए न्यू जर्सी च ਅੱਛਾ ਉਹ ਜੀ ਲੈ ਕੇ ਤਾਂ ਆ ਗਏ ਬਟ ਇੱਥੇ ਇੰਜੀਨੀਅਰ ਕੋਈ ਨਹੀਂ ਸੀ ਚਲਾਉਣ ਨੂੰ ਠੀਕ ਹੈ ਜੀ ਇੱਥੇ ਆਬਾਦੀ ਵਧਣੀ ਸ਼ੁਰੂ ਹੋ ਗਈ ਅਮਰੀਕਾ 'ਚ ਐਂਡ ਉਦੋਂ ਇੱਥੇ ਜਦੋਂ ਆਬਾਦੀ बढ़ी so you will be surprised who were the first to come into America as educated people. The first educated migrants who migrated here who were educated were the Indians. 60s ਵਿੱਚ In 60s का जो 65 का रिफॉर्म हुआ जी जो कैनेडी ने लिखा था was passed by Lyndon Johnson but वियतनाम वॉर के चक्कर में कोई आया नहीं कोई ठीक है आया जी। नहीं किसी ने यूरोप तो भी नहीं आया तो किधर और भी नहीं आया ਠੀਕ ਹੈ ਜੀ and there was a big barrier also at that time. The barrier was कि ਇਹਨਾਂ ਨੂੰ ਸਾਰੇ ਗੋਰੇ ਹੀ ਚਾਹੀਦੇ ਸੀ ਇੱਥੇ ਆਉਣ ਨੂੰ ਠੀਕ ਹੈ ਜੀ they were not welcoming the brown skin but current की जब Europeans refused to come क्योंकि ऐसी because they were upper class in Europe पढ़े लिखे वो क्यों migrate करनगे क्यों घर पुटनगे तो आएंगे they didn't migrate ਇਹਨਾਂ ਨੂੰ ਹਾਰ ਕੇ ਵੀਜ਼ਾ ਖੋਲਣੇ पे it was not welcoming I'll be very clear ਹੂੰ ਜਦੋਂ ਇਹਨਾਂ ਨੂੰ ਕੋਈ ਨਹੀਂ ਮਿਲਿਆ ਫਿਰ ਇਹ ਇੰਡੀਆ ਕੋਲ ਪਹੁੰਚੇ ਅੱਛਾ ਜੀ ਫਿਰ ਉਹਨਾਂ ਨੇ ਕਿਹਾ ਕਿ ਬਈ ਜਿੰਨੇ ਆਣਾ ਆ ਜਾਓ ਫਿਰ ਵੀ ਕੋਈ ਤਿਆਰ ਨਹੀਂ ਹੋਇਆ ਫਿਰ ਕਿਹਾ ਕਿ ਬਈ ਅਸੀਂ ਉੱਥੇ ਜਾ ਕੇ ਤੁਹਾਨੂੰ ਗ੍ਰੀਨ ਕਾਰਡ ਦੇ ਦੇਵਾਂਗੇ ਜੀ। ਉਤਰਦੇ ਹੀ ਹੁਣ ਤਾਂ ਆ ਜਾਓ ਜੀ 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 ਫਿਰ ਉਥੋਂ ਕਈ ਮਾਈਗ੍ਰੇਟ ਹੋਣੇ ਸ਼ੁਰੂ ਹੋਏ ਜੀ ਨਹੀਂ, ਡਾਕਟਰਸ ਵਰ ਦ ਫਰਸਟ ਮਨਦੀਪ ਜੀ ਇਹ ਗੱਲ ਅਸੀਂ ਸਮਝਦੇ ਹਾਂ ਕਿ ਜਿਹੜੀ ਹਾਇਰ ਐਜੂਕੇਸ਼ਨ ਹੈ ਔਰ ਇੰਡਸਟਰੀ ਇਟਸ ਦ ਮੋਸਟ ਇੰਡਸਟਰੀਅਲਾਈਜ਼ਡ ਨੇਸ਼ਨ ਇਨ ਦ ਵਰਲਡ ਮੋਸਟ ਐਡਵਾਂਸਡ ਇਕੋਨਮੀ ਇਨ ਦ ਵਰਲਡ ਔਰ ਉਸ ਦੀ ਕਰਕੇ ਉਹ ਜਿਹੜੀ ਡਿਮਾਂਡ ਹੈ ਉਹ ਉੱਥੇ ਕ੍ਰੀਏਟ ਹੋਈ ਸਾਰੀ ਦੁਨੀਆ ਤੋਂ ਲੋਕੀ ਆਏ ਤੁਹਾਡਾ ਕਹਿਣਾ ਹੈ ਕਿ ਇੰਡੀਆ ਤੋਂ ਜ਼ਿਆਦਾ ਲੋਕੀ ਆਏ ਇਨ 60s ਬਟ ਹੁਣ ਆਪਾਂ ਗੱਲ ਕਰੀਏ ਜਿਹੜੇ ਸਾਡੇ ਬੱਚੇ ਇੱਥੇ ਹੈਗੇ ਸਾਡੀ ਜਿਹੜੀ ਜਨਰੇਸ਼ਨਸ ਹਨ ਅਸੀਂ ਇਹ ਸਮਝਦੇ ਹਾਂ ਕਿ ਇਸ ਮੁਲਕ ਵਿੱਚ ਜਿਹੜੀ ਐਡਵਾਂਸਡ ਸਟੱਡੀਜ਼ ਹਨ ਗ੍ਰੈਜੂਏਟ ਲੈਵਲ ਪੋਸਟ ਗ੍ਰੈਜੂਏਟ ਲੈਵਲ ਉਹ ਅੱਜ ਦੀ ਡੇਟ ਵਿੱਚ ਇਟ ਇਜ਼ ਮੋਰ ਇੰਪੋਰਟੈਂਟ ਦੈਨ ਇਟ ਹੈਜ਼ ਐਵਰ ਬੀਨ ਪਹਿਲਾਂ ਲੋਕੀ 12ਵੀਂ ਕਰਕੇ ਵੀ ਫੈਮਿਲੀ ਵਿੱਚ ਕੁਝ ਲੋਕ ਕਾਲਜ ਜਾਂਦੇ ਸਨ ਉਹ ਬਿਜ਼ਨੈਸਿਸ ਕਰਦੇ ਸਨ ਸਭ ਕਰਦੇ ਸਨ ਬਟ ਅੱਜ ਅਸੀਂ ਦੇਖਦੇ ਹਾਂ ਹਰ ਇੱਕ ਅਮੀਰ ਤੋਂ ਅਮੀਰ ਘਰ ਦੇ ਬੱਚੇ ਵੀ ਕਿਸੇ ਵੀ ਸੋਸ਼ਲ ਸਟ੍ਰੈਟਾ ਦੇ ਬੰਦੇ ਜਿਹੜੇ ਨੇ ਐਜੂਕੇਸ਼ਨ ਉਹਨਾਂ ਦਾ ਪ੍ਰਾਈਮ ਮੋਟਿਵ ਰਹਿੰਦਾ ਹੈ ਔਰ ਅੱਛੇ ਤੋਂ ਅੱਛੇ ਕਾਲਜ ਜਾਣ ਦੀ ਜਿਹੜੀ ਕੋਸ਼ਿਸ਼ ਹੈ ਉਹਨਾਂ ਦੀ ਰਹਿੰਦੀ ਹੈ ਮੈਂ ਚਾਹੁੰਦਾ ਕਿ ਤੁਸੀਂ ਤੁਸੀਂ ਕਾਰਪੋਰੇਟ ਅਮਰੀਕਾ ਨੂੰ ਦੇਖਿਆ ਹੈ ਉਸ ਦੇ ਵਿੱਚ ਬੜੀ ਸਕਸੈਸ ਪਾਈ ਹੈ ਤੁਸੀਂ ਅਕੈਡਮੀਆਂ ਵਿੱਚ ਰਹੇ ਹੋ ਉਸ ਦੇ ਵਿੱਚ ਤੁਸੀਂ ਸਕਸੈਸ ਪਾਈ ਹੈ ਸਾਡੇ ਜਿਹੜੇ ਬੱਚੇ ਨੇ ਤੁਸੀਂ ਡਾਇਰੈਕਟਲੀ ਉਹਨਾਂ ਨੂੰ ਇਹ ਗੱਲ ਦੱਸੋ ਕਿ ਹਾਈ ਸਕੂਲ ਦੇ ਬਾਅਦ ਇੱਕ ਅੱਛੇ ਕਾਲਜ ਵਿੱਚ ਨਾਟ ਜਸਟ ਕਾਲਜ ਜਾਣ ਵਿੱਚ ਇੱਕ ਕਮਿਊਨਿਟੀ ਕਾਲਜ ਜਾਣ ਵਿੱਚ ਇੱਕ ਅੱਛੇ ਕਾਲਜ ਜਾਣ ਵਿੱਚ ਕੀ ਐਡਵਾਂਟੇਜਸ ਹੈਗੀਆਂ ਜੋ ਉਹਨਾਂ ਨੂੰ ਇੱਕ ਡਿਫਰੈਂਟ ਲੀਗ ਵਿੱਚ ਆਲ ਟੂਗੇਦਰ ਪਾ ਦਿੰਦੀਆਂ ਇੱਕ ਬੜਾ ਜਿਹੜਾ ਜੰਪ ਸਟਾਰਟ ਉਹਨਾਂ ਨੂੰ ਦਿੰਦੀਆਂ ਹਾਊ ਵੁੱਡ ਯੂ ਸੇ ਦੈਟ It's a very important question which will take days to answer ਜੀ because it has got so many factors playing in. ਹਾਂਜੀ ਕਿਉਂਕਿ ਅਮਰੀਕਾ ਦਾ ਜਿਹੜਾ ਕਾਲਜ ਜਾਣ ਦਾ ਸਿਸਟਮ ਹੈ ਜੀ ਸਾਰੀ ਦੁਨੀਆ 'ਚ ਫੇਰਾ ਸਭ ਤੋਂ ਔਖਾ ਹੈ ਜੀ ਸਾਡੇ ਇੰਡੀਆ ਜਾ ਇੱਕ ਇਮਤਿਹਾਨ ਦਿਓ ਨੰਬਰ ਹੈ ਅੰਦਰ ਨਹੀਂ ਆਇਆ ਤਾਂ ਬਾਹਰ ਜੀ very clear. ਹੂੰ Same is with Europe and same is with Australia. ਨੰਬਰ ਹੈ ਤਾਂ ਅੰਦਰ ਜਾਓ skills ਦਿਖਾਓ ਇੱਥੇ it's been more cumbersome I would say. There could be reasons ਕਿ ਤੁਸੀਂ SAT ਪਾਸ ਕਰੋ ACT ਪਾਸ ਕਰੋ ਆਪਣੇ ਗ੍ਰੇਡ ਲੈ ਕੇ ਆਓ ਜੀ अपनी को करिकुलर दिखाओ अपने स्पोर्ट्स दिखाओ तो फिर असी एडमिशन देंगे ਮਨਦੀਪ ਜੀ Now- ਮੈਂ ਆਮ ਸੌਰੀ ਫॉर ਤੁਹਾਡੀ ਥਾਟ ਦੇ ਨਾਲ ਇੰਟਰਫੇਅਰ ਕਰਨ ਵਾਸਤੇ ਇਟਸ ਟਾਈਮ ਫॉर ਅ ਸ਼ਾਰਟ ਬ੍ਰੇਕ ਬਟ ਇਹ ਬਹੁਤ ਜ਼ਰੂਰੀ ਹੈ ਔਰ ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ ਤੁਸੀਂ ਵੇਖਦੇ ਰਹੋ ਅੱਜ ਦਾ ਮੁੱਦਾ
ਅੱਜ ਦਾ ਮੁੱਦਾ ਪ੍ਰੋਗਰਾਮ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਮਨਦੀਪ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਸ਼ੁਰੂ ਕੀਤੀ ਸੀਗੀ ਯੂਐਸ ਵਿੱਚ ਜਿਹੜੇ ਅੱਛੇ ਕਾਲਜਸ ਹਨ ਉਹਨਾਂ ਵਿੱਚ ਜਾਣ ਦੇ ਦੌੜ ਦੇ ਬਾਰੇ 'ਚ। ਤੁਸੀਂ ਕਿਹਾ ਕਿ ਇੱਥੇ ਬੜੇ ਡਿਫਰੈਂਟ ਤਰੀਕੇ ਹੈਗੇ ਔਰ ਹਰ ਕੋਈ ਕੋਸ਼ਿਸ਼ ਕਰਦਾ ਹੈ ਕਿ ਇੱਕ ਅੱਛੇ ਤੋਂ ਅੱਛੇ ਕਾਲਜ ਜਾਇਆ ਜਾਏ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹ ਰਿਹਾ ਸੀਗਾ, ਵਿਦ ਯੂਰ ਐਕਸਪੀਰੀਅੰਸ ਇਨ ਅਕੈਡਮੀਆ ਐਂਡ ਯੂਰ ਐਕਸਪੀਰੀਅੰਸ ਇਨ ਇੰਡਸਟਰੀ, ਬਿਜ਼ਨਸ ਵਿੱਚ, ਕਾਰਪੋਰੇਟ ਵਰਲਡ ਵਿੱਚ, are there advantages, immediate advantages in this country in going to one of these celebrated educational institutions compared to anything else? ਵੇਖੋ, ਪੜ੍ਹਾਈ ਲਿਖਾਈ 'ਚ ਇੰਨਾ ਡਿਫਰੈਂਸ ਹੋਣਾ ਤਾਂ ਨਹੀਂ ਚਾਹੀਦਾ ਜੀ, ਕਿਉਂਕਿ ਹਰ ਬੱਚੇ ਨੂੰ ਐਜੂਕੇਸ਼ਨ ਮਿਲਦੀ ਹੈ, ਇਲਮ ਮਿਲਦਾ ਹੈ, ਬਟ ਕਈ ਮੁਲਕਾਂ 'ਚ ਦੇ look at the quality of education ਹਾਂਜੀ differently. ਇਹ ਉਹ ਮੁਲਕ ਹੈਗਾ ਹਾਂਜੀ ਕਿ ਇੱਥੇ ਤੁਸੀਂ ਅਗਰ ਯੂਨੀਵਰਸਿਟੀ ਏ 'ਚ ਪੜ੍ਹੇ ਹੋ, ਹਾਂਜੀ, ਯੂ ਆਰ ਕੰਸੀਡਰਡ ਐਜ਼ ਕਿ ਕੁਆਲਿਟੀ ਸਟੂਡੈਂਟ ਹੈਗਾ ਹੈ। ਅੱਛਾ ਜੀ, ਕਿਉਂ? ਉੱਥੇ ਉਹ ਮਿਹਨਤ ਬੜੀ ਕਰਾਉਂਦੇ ਨੇ। ਕਹਿੰਦੇ ਨੇ ਕਿ ਹੀਰੇ ਨੂੰ ਜਿੰਨਾ ਦਿਓ ਸੇਕਾ ਉਨਾ ਚਮਕਦਾ ਹੈ। ਜੀ, So some people have that, and some universities here have that image. ਜੀ, ਤੁਸੀਂ ਅਗਰ ਇੱਥੇ ਐਡਮਿਸ਼ਨ ਹੋ ਗਈ ਹੈ, ਜੀ, ਉਹ ਤੁਹਾਡੇ ਕੋਲੋਂ ਇੰਨੀ ਮਿਹਨਤ ਕਰਾਉਣਗੇ, ਪੜ੍ਹਾਉਣਗੇ, ਤੁਹਾਨੂੰ ਖਿਡਾਉਣਗੇ ਵੀ ਇੰਨਾ ਕਿ you learn time management, you learn to manage yourself, your written skills, your presentation skills, and that skill development is very focused upon. ਜੀ, ਐਨ ਉਹ ਫਿਰ ਕਹਿੰਦੇ ਨੇ ਅਸੀਂ ਪੈਸੇ ਉਸੇ ਹਿਸਾਬ ਨਾਲ ਲੈਂਦੇ ਹਾਂ। ਜੀ, 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 ਸਾਡੀ ਫੀਸਾਂ ਇਸ ਲਈ ਹਾਈ ਨੇ, ਐਂਡ ਦੈਟਸ ਇਨ ਅਮਰੀਕਾ though. And that's true to a certain point, because I can name a few universities, ਜਿਸ ਤਰ੍ਹਾਂ ਸਟੈਨਫੋਰਡ ਹੈਗੀ ਹੈ। ਜੀ, ਹੁਣ ਕੱਲ ਨੂੰ ਬੱਚਾ ਸਟੈਨਫੋਰਡ ਪੜ੍ਹ ਲੈ, ਜੀ, ਹੁਣ ਸਟੈਨਫੋਰਡ ਤੋਂ ਬਾਹਰ ਨਿਕਲ ਕੇ ਉਹ ਕਹੇ ਕਿ ਮੈਂ ਸਟਾਰਟਅਪ ਸ਼ੁਰੂ ਕਰਨੀ ਹੈ, ਤਾਂ ਇਟਸ ਬਿਕਮਸ ਲਾਈਕ ਟੂ ਰੇਜ਼ ਕੈਪੀਟਲ, ਇਟਸ ਨਾਟ ਸਮਥਿੰਗ ਡਿਫਿਕਲਟ, ਕਿਉਂਕਿ ਸਟੈਨਫੋਰਡ ਵਾਲੇ ਪਹਿਲਾਂ ਹੀ ਉਸ ਫੀਲਡ 'ਚ ਹੈਗੇ ਨੇ। ਜੀ, ਜੀ, ਉਹ ਪਹਿਲਾਂ ਕੈਪੀਟਲ ਇਕੱਠਾ ਕਰ ਚੁੱਕੇ ਨੇ, ਉਹਨਾਂ ਕੋਲ ਕੈਪੀਟਲ ਡਿਪਲੋਇਮੈਂਟ ਦੀ ਕੈਪੇਬਿਲਿਟੀ ਹੈ। ਉਹ ਜਾਣਦੇ ਨੇ ਮੇਰੀ ਯੂਨੀਵਰਸਿਟੀ ਦਾ ਮੁੰਡਾ ਹੈਗਾ ਜਾਂ ਕੁੜੀ ਹੈਗੀ ਹੈ, ਚੰਗਾ ਕਰ ਲੇਗਾ। ਔਰ ਇਸ ਮੁਲਕ ਨੂੰ 올ਡ ਬॉयਜ਼ ਕਲੱਬ ਕਿਹਾ ਜਾਂਦਾ ਹੈ। ਜਿਹੜੇ ਪੁਰਾਣੇ ਜਿਹੜੇ ਇਨ ਸਕੂਲਸ ਦੇ ਜਿਹੜੀ ਐਸੋਸੀਏਸ਼ਨਸ ਹੈਗੀ ਬੜੀ ਸਟਰੋਂਗ ਹੈਗੀ ਆ, ਰਾਈਟ? ਸਾਡੇ ਵੀ ਹੁਣ ਤੁਸੀਂ ਆਈਆਈਟੀ ਵਾਲੇ ਅਗਰ ਇੱਥੇ ਵੇਖੋ, ਉਹਨਾਂ ਦੀ ਵੀ ਹੈਗੀ ਹੈ ਜੀ। तो हर यूनिवर्सिटी कॉलेज का अपना है, and how they manage it is up to them. ਜੀ, ਮਨਦੀਪ ਜੀ, ਦੇਖੋ ਆਪਣੇ ਨੂੰ ਤਾਂ ਸਾਰੇ ਹੀ ਕਰ ਲੈਂਦੇ ਨੇ। ਹਾਂਜੀ, ਹਾਂਜੀ, ਮਨਦੀਪ ਜੀ, ਮੈਂ ਇਸ ਗੱਲ ਨੂੰ ਐਮਫਸਾਈਜ਼ ਇਸ ਕਰਕੇ ਕਰ ਰਿਹਾ ਸੀਗਾ, ਮੈਂ ਚਾਹੁੰਦਾ ਕਿ ਕਿਉਂਕਿ ਵੀ ਅੰਡਰਸਟੈਂਡ ਕਿ ਇਹ ਜਿਹੜੇ ਕਾਲਜਸ ਹਨ, ਇਹ ਜਿਹੜੇ ਇੰਸਟੀਟਿਊਸ਼ਨਸ ਹਨ, ਦੇ ਆਰ ਰਨ ਲਾਈਕ ਬਿਜ਼ਨਸਿਸ, ਰਾਈਟ? ਤੇ ਆਪਣੀ ਸਕਸੈਸ ਦਿਖਾਉਣ ਵਾਸਤੇ ਉਹਨਾਂ ਨੂੰ ਬੜਾ ਇੰਪੋਰਟੈਂਟ ਹੁੰਦਾ ਕਿ ਸਾਡਾ ਬੱਚਾ ਕਿੱਥੇ ਪਲੇਸ ਹੋਇਆ ਹੈ, ਦੇਖੋ ਕਿਨ ਸਕਸੈਸਫੁਲ ਜਗ੍ਹਾ 'ਤੇ ਬੈਠਿਆ ਹੋਇਆ ਹੈ। ਇਸ ਕਰਕੇ ਉਹ ਬਿਕੋਜ਼ ਦੇ ਵਾਂਟ ਟੂ ਸ਼ੋ ਦੈਟ ਅਚੀਵ ਦੋਜ਼ ਰਿਜ਼ਲਟਸ, ਉਹਨਾਂ ਦੀ ਬੜੀ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਕੋਲ ਜਿਹੜਾ ਇਨਟੇਕ ਹੈ, ਜਿਹੜੇ ਸਟੂਡੈਂਟਸ ਆਉਣ, ਉਹ ਵੀ ਐਸੇ ਆਉਣ ਜੋ ਇਸ ਸਿਸਟਮ ਵਿੱਚ ਸਕਸੈਸਫੁਲ ਹੋ ਸਕਣ ਔਰ ਅੱਗੇ ਜਾ ਕੇ ਹੂ ਬਿਕਮ ਐਨ ਐਡਵਰਟੀਜ਼ਮੈਂਟ ਫॉर द ਇੰਸਟੀਟਿਊਸ਼ਨਸ ਕਿ ਆਹ ਬੱਚਾ ਦੇਖੋ ਕਿੰਨਾ ਸਕਸੈਸਫੁਲ ਹੋਇਆ ਹੈ, ਇਹ ਸਾਡਾ ਪ੍ਰੋਡਕਟ ਹੈਗਾ। ਇਸ ਕਰਕੇ ਉਹਨਾਂ ਦਾ ਜਿਹੜਾ ਐਡਮਿਸ਼ਨ ਪ੍ਰੋਸੈਸ ਹੈ, ਜਿਹੜਾ ਉਹਨਾਂ ਦਾ ਮੋਟਿਵ ਹੈ, ਉਹ ਸਿਰਫ ਕਿਸੇ ਪਿਛੜੇ ਹੋਏ ਵਰਗ ਨੂੰ ਐਜੂਕੇਟ ਕਰਨਾ, ਉੱਪਰ ਲਿਆਉਣਾ ਨਹੀਂ ਹੈ। ਉਹ ਜਦ ਆਪਣਾ ਐਡਮਿਸ਼ਨ ਪ੍ਰੋਸੈਸ ਕਰਦੇ ਨੇ, ਉਹ ਬਸ ਬੱਚਾ ਵੀ ਐਸਾ ਪਿਕ ਕਰਦੇ ਨੇ ਜਿਹੜਾ ਐਜ਼ ਵੀ ਸੈਡ, ਜਿਸ ਨੂੰ ਉਹ ਸੋਚਦੇ ਨੇ ਕਿ ਅੱਗੇ ਜਾ ਕੇ ਸਕਸੀਡ ਕਰੇਗਾ। ਸਾਡੇ ਬੱਚਿਆਂ ਲਈ ਇਹ ਚੀਜ਼ ਸਮਝਣਾ ਕਿ ਉਹ ਯੂਨੀਵਰਸਿਟੀਜ਼ ਐਸੀ ਕੀ ਚੀਜ਼ਾਂ ਦੇਖਦੀਆਂ ਹਨ ਜਿਸ ਦੇ ਨਾਲ ਉਹ ਉਨ ਬੱਚਿਆਂ ਨੂੰ ਐਡਮਿਸ਼ਨਸ ਦਿੰਦੀਆਂ ਹਨ, ਜੋ ਕਿ ਰਾਹ ਖੋਲ੍ਹਦਾ ਹੈ ਸਾਡੇ ਬੱਚਿਆਂ ਲਈ ਟੂ ਗੈਟ ਟੂ ਦ ਬੈਸਟ ਇੰਸਟੀਟਿਊਸ਼ਨਸ, ਟੂ ਗੈਟ ਟੂ ਦ ਆਈਵੀ ਲੀਗ ਸਕੂਲਸ, ਆਲ ਦ ਟੌਪ ਸਕੂਲਸ। ਅੱਜ ਇਸ ਦੇ ਉੱਪਰ ਤੁਸੀਂ ਥੋੜ੍ਹੀ ਰੋਸ਼ਨੀ ਪਾਓ, ਕੀ ਚੀਜ਼ਾਂ ਵੇਖਦੀਆਂ ਹਨ ਕਾਲਜਸ ਕਿਸੇ ਵੀ ਬੱਚੇ ਨੂੰ ਐਡਮਿਸ਼ਨ ਦੇਣ ਤੋਂ ਪਹਿਲਾਂ? ਦੇਖੋ, ਇਹ ਹਰ 5 ਸਾਲ ਬਾਅਦ ਕੁਝ ਚੇਂਜ ਕਰ ਲੈਂਦੇ ਨੇ ਜੀ। ਨਥਿੰਗ ਸਟੇਜ਼ ਦ ਸੇਮ। ਮੈਂ ਸਟੈਨਫੋਰਡ ਦੀ ਗੱਲ ਪਹਿਲਾਂ ਮੁਕਾਵਾਂ। ਇੱਕ ਟਾਈਮ ਸੀਗਾ ਸਟੈਨਫੋਰਡ ਵਿੱਚ ਅਗਰ 100 ਬੱਚਾ ਅਪਲਾਈ ਕਰਦਾ ਸੀ ਜੀ
ਤਾਂ 26 ਦੀ ਐਡਮਿਸ਼ਨ ਹੋ ਜਾਂਦੀ ਸੀ ਅੱਛਾ ਜੀ। ਸਾਰਿਆਂ ਦੀ ਆਰਾਮ ਨਾਲ, ਕਿਉਂਕਿ ਇੰਨੀ ਖੱਪ ਨਹੀਂ ਸੀਗੀ। ਅੱਜ ਮੁਸ਼ਕਲ 3 ਬੱਚਾ ਸਿਲੈਕਟ ਹੁੰਦਾ ਹੈ, ਜੀ ਇੰਨੀ ਐਪਲੀਕੇਸ਼ਨਸ ਜਾਂਦੀਆਂ ਨੇ, ਜੀ ਕਿਉਂਕਿ ਹੁਣ ਸਾਰਿਆਂ ਨੂੰ ਹੀ ਪਤਾ ਕੀ ਕਰਨਾ ਹੈ, ਕੀ ਨਹੀਂ ਕਰਨਾ ਇੰਟਰਨੈਟ ਨਾਲ। ਸਾਰਿਆਂ ਦੇ ਯੂਨੀਵਰਸਿਟੀਜ਼ ਕਿਤੇ 25% ਸੀ, 20% ਸੀ, ਅੱਜ ਸਾਰਿਆਂ ਦੇ 2-3% ਐਕਸੈਪਟੈਂਸ ਰੇਟ ਰਹਿ ਗਈ ਹੈ, ਜੀ ਇੰਨੀ ਐਪਲੀਕੇਸ਼ਨ ਆ ਜਾਂਦੀਆਂ ਨੇ। ਨਾਓ ਟੂ ਯੋਰ ਨੈਕਸਟ ਕੁਐਸਚਨ ਕਿ ਕੀ ਕਰਨਾ ਚਾਹੀਦਾ ਹੈ ਫॉर ਅ ਸਟੂਡੈਂਟ। ਨੰਬਰ ਜੀ 1 ਆਫ ਕੋਰਸ, ਅਗਰ ਪੜ੍ਹਨ ਚੱਲੇ ਹੋ ਹੂੰ ਤੁਸੀਂ ਪੜ੍ਹਾਈ ਚੰਗੇ ਜ਼ਰੂਰ ਹੋ, ਜੀ ਠੀਕ ਹੈ ਨਾ। ਜੀ ਬੜਾ ਇਲਮ ਹੁੰਦਾ ਹੈ ਕਿ ਮੈਂ ਹਰ ਬੱਚੇ ਨੂੰ ਇਹ ਕਹਿੰਦਾ ਸੀ, ਉਹ ਕਹਿੰਦਾ ਸੀ ਉਹ ਛੋਟੀ ਜਿਹੀ ਗਲਤੀ ਹੋ ਗਈ ਤਾਂ ਕੀ ਹੋਇਆ। ਹੂੰ ਮੈਂ ਕਿਹਾ ਇਹ ਤਾਂ ਉਹਦੇ ਪਤਾ ਲੱਗਦਾ ਹੈ ਕਿ ਤੁਹਾਡਾ ਕੋਈ ਸਰਜਰੀ ਹੋ ਰਹੀ ਹੈ। ਹੂੰ ਯੂ ਡੋਂਟ ਵਾਂਟ ਅ ਸਰਜਨ ਕੀ ਕਹੇ ਕਿ ਯਾਰ ਛੋਟੀ ਜਿਹੀ ਗਲਤੀ ਹੋ ਗਈ ਤਾਂ ਰਹਿਣ ਦੇ, ਹੱਡੀ ਇਹ ਠੀਕ ਕਰਨੀ ਸੀ, ਉਹ ਕੱਢਤੀ, ਉਹ ਕਰਨੀ ਸੀ, ਇਹ ਕਰਤੀ। ਤਾਂ ਜੀ ਜਿਹੜਾ ਬਟ ਬਿਕਾਜ਼ ਇਟਸ ਨਾਟ ਐਕਸੈਪਟਡ, ਤਾਂ ਜੀ ਹੀ ਉਹ 10-10 ਸਾਲ ਪੜ੍ਹਦੇ ਨੇ, ਮਿਹਨਤ ਕਰਦੇ ਨੇ, ਦੇ ਟਰਨ ਐਂਡ ਟ੍ਰੇਨ ਟੂ ਬੀ ਪ੍ਰੀਸਾਈਜ਼। ਹੂੰ ਤਾਂ ਨਿਊਰੋ ਸਰਜਨ ਹੋਰ ਵੀ ਪ੍ਰੀਸਾਈਜ਼। ਤਾਂ ਮੈਂ ਤਾਂ ਇਹੀ ਕਹਿੰਦਾ ਸੀ ਹਰ ਨੂੰ ਕਿ ਤੁਹਾਡੀ ਪੜ੍ਹਾਈ ਇੰਨੀ ਚੰਗੀ ਹੋਣੀ ਚਾਹੀਦੀ ਹੈ ਕਿ ਆਪਣੀ ਗਲਤੀ ਨੂੰ ਕਵਰ ਅਪ ਨਾ ਕਰੋ, ਜੀ ਉਹਨੂੰ ਐਕਸੈਪਟ ਕਰੋ, ਠੀਕ ਕਰੋ ਤਾਂ ਅੱਗੇ ਵਧੋ। ਕਿਉਂਕਿ ਐਜੂਕੇਸ਼ਨ ਵਿੱਚ ਇਹ ਬੜੀ ਪ੍ਰੋਬਲਮ ਆਉਂਦੀ ਹੈ ਕਵਰ ਅਪ ਕਰਨ ਦੀ। ਉਹ ਸਰ ਥੋੜੀ ਜਿਹੀ ਇੰਝ ਹੀ ਤਾਂ ਹੋਇਆ ਸੀ, ਮੈਂ ਉਹੀ ਕਹਿੰਦਾ ਸੀ, ਉਹ ਇਹ ਤੁਸੀਂ ਆਪਣੇ ਅੱਖ ਦੇ ਡਾਕਟਰ ਨੂੰ ਕਿਹਾ ਜੇ ਕਿ ਉਹਨੇ ਤੁਹਾਡੀ ਲੈਂਸ ਹੀ ਕੱਢਤਾ ਕਿ ਉਹ ਦਿਸਣਾ ਬੰਦ ਹੋ ਗਿਆ, ਚਲ ਕੋਈ ਨਹੀਂ, ਇੱਕ ਅੱਖ ਤਾਂ ਠੀਕ ਹੈ। ਬਟ ਦੈਟਸ ਨਾਟ ਦ ਕਾਈਂਡ ਆਫ ਆਨਸਰ ਯੂ ਨੀਡ ਜੀ once you go to school. ਹੂੰ And that's very important, that you have to have confidence in you. And that's a good point कि Indian students which है बड़ा strong. Indian students do make it, ਜਿਹੜੇ ਪੜ੍ਹਦੇ ਨੇ, they do it very strongly. And ਇਹ ਅਸੀਂ ਹੁਣ ਇਹ ਵੇਖਣਾ ਕਿ ਸਿੱਖ ਸਟੂਡੈਂਟਸ ਵਿੱਚ ਕਿਸ ਤਰ੍ਹਾਂ imbibe ਕਰਨਾ ਹੈ, because it has to be brought out to the Sikhs as well कि भाई तुसी भी, you have to take up certain steps. It's not just the migrant Sikhs that come and do certain things and they move on. अब इनकी applications, most of the times if you look at some students who are coming from the East Coast and the West Coast, they are very well aware of the good universities which are on both sides of the coast, because दोनों coast ही हैगियां ने। हाँ जी Austin which ਪੈਂਦੀ ਹੈ, that's very good because it assimilates lot. Chicago which ਹੈਗਾ, they're very good in quant math, ਸਾਰੇ ਉੱਥੇ ਜਾਂਦੇ ਨੇ। But how do they prepare for the applications, their ACTs, their SATs and their sports, and which sports are they like? Because as Indian students, they play very few sports. They're not in American football, they're not in basketball. ਉਹਨਾਂ ਕੋਲ ਹੁੰਦੀ ਹੈ ਟੈਨਿਸ, ਹੁੰਦੀ ਹੈ ਸਕੁਐਸ਼, ਹੁੰਦੀ ਹੈ, ਇੱਕ ਦੋ ਹੋਰ ਸਪੋਰਟਸ ਖੇਡ ਲੈਂਦੇ ਨੇ, ਫੈਂਸਿੰਗ ਕਰ ਲੈਂਦੇ ਨੇ। But these universities get people who are at the national level, top 10 each or top 15 each or top 20 each or, and that makes a very strong case. ठीक है जी And then they go through. And as you must have seen in the past 20 years, which have become very important for us to demarcate, because जिन्हें first generation migrants आए सी, उन्होंने दे बच्चे अगे, they've been able to get good education at good schools. At some point, there were 30% Indians in good universities. The level was completely different. जी They were up. And now we have another set of population that is not as educated as kids of doctors and engineers who came in the 70s and the 80s. जी It's a challenge for them because their parents are still in the unskilled sector. They're not kids of doctors and engineers, so they
still have to figure out how they need to get this on the right path ਜੀ ਮਨਦੀਪ and ਜੀ work hard. ਹਾਂਜੀ ਮਨਦੀਪ ਜੀ ਆਹੀ ਅਸੀਂ ਗਾਈਡੈਂਸ ਤੁਹਾਡੇ ਤੋਂ ਚਾਹੁੰਦੇ ਆ ਕਿਉਂਕਿ ਪਹਿਲੇ ਸਟਿਲ ਦੇਰ ਵਾਰ ਸਮ ਸਟੈਂਡਰਡਾਈਜ਼ਡ ਟੈਸਟ SAT ਦੇ ਟੈਸਟ ਇਨ ਅਕੈਡਮਿਕ ਚੀਜ਼ਾਂ ਵਿੱਚ ਸਾਡੇ ਕਮਿਊਨਿਟੀ ਦੇ ਬੰਦੇ ਜਨਰਲੀ ਇੰਡੀਅਨਸ ਮਾਈਟ ਡੂ ਵੈਲ ਆਲ ਏਸ਼ੀਅਨਸ ਬਟ ਹੁਣ ਕਈ ਜਿਹੜੇ ਟੌਪ ਸਕੂਲਸ ਹਨ ਦੇ ਆਰ ਡੂਇੰਗ ਅਵੇ ਉਹ ਇਹ ਟੈਸਟ ਜਿਹੜੇ ਨੇ ਉਹ ਉਹਨਾਂ ਨੂੰ ਨਹੀਂ ਦੇਖਦੇ ਪਏ ਫॉर ਐਡਮਿਸ਼ਨ ਪਰਪਸਿਸ ਇੱਕ ਜ਼ਿਆਦਾ ਚੈਲੰਜ ਜਿਹੜਾ ਹੈ ਲੋਕਾਂ ਵਾਸਤੇ ਸਾਹਮਣੇ ਆਇਆ ਹੈ ਔਰ ਇਹ ਬਹੁਤ ਜ਼ਰੂਰੀ ਗੱਲ ਹੈ ਇਸ ਦੇ ਬਾਰੇ ਅਸੀਂ ਜ਼ਰੂਰ ਤੁਹਾਡੇ ਤੋਂ ਥੋੜ੍ਹੀ ਰੋਸ਼ਨੀ ਚਾਹਾਂਗੇ ਕਿਉਂਕਿ ਵੀ ਸਟਿਲ ਸੀਕ ਦੋਜ਼ ਐਡਮਿਸ਼ਨਸ ਔਰ ਇਹ ਚੀਜ਼ ਸਾਡੀ ਜਿਹੜੀ ਹੈ ਇਟ ਹੈਜ਼ ਕ੍ਰੀਏਟਡ ਸਮ ਡਿਫਿਕਲਟੀ ਅਸੀਂ ਤੁਹਾਡੇ ਨਾਲ ਇਸ ਬਾਰੇ ਗੱਲ ਕਰਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ ਤੁਸੀਂ ਵੇਖਦੇ ਰਹੋ ਅੱਜ ਦਾ ਮੁੱਦਾ ਅੱਜ ਦਾ ਮੁੱਦਾ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਅੱਜ ਅਸੀਂ ਗੱਲ ਕਰ ਰਹੇ ਹਾਂ ਐਜੂਕੇਸ਼ਨ ਦੀ ਅਸੀਂ ਸਮਝਦੇ ਹਾਂ ਕਿ ਇਸ ਮੁਲਕ ਵਿੱਚ ਜੋ ਐਜੂਕੇਸ਼ਨ ਹੈ ਉਹ ਅਪਵਰਡ ਮੋਬਿਲਿਟੀ ਜਿਸ ਨੂੰ ਆਪਾਂ ਆਮ ਭਾਸ਼ਾ ਵਿੱਚ ਆਪਣਾ ਜਿਹੜਾ ਸਾਡਾ ਇਕਨੋਮਿਕ ਸਟੇਟਸ ਹੈਗਾ ਉਸ ਨੂੰ ਇੰਪਰੂਵ ਕਰਨ ਦੀ ਗੱਲ ਕਰੀਏ ਸੋਸ਼ਲ ਸਟੇਟਸ ਨੂੰ ਇੰਪਰੂਵ ਕਰਨ ਦੀ ਗੱਲ ਕਰੀਏ ਤੇ ਉਸ ਦੇ ਵਿੱਚ ਐਜੂਕੇਸ਼ਨ ਤੋਂ ਜ਼ਿਆਦਾ ਵੱਡਾ ਰੋਲ ਅੱਛਾ ਅੱਜ ਦੀ ਡੇਟ ਵਿੱਚ ਕੋਈ ਪਲੇ ਨਹੀਂ ਕਰ ਸਕਦਾ ਤੇ ਅਸੀਂ ਇਹ ਗੱਲ ਕੀਤੀ ਕਿ ਸਿਰਫ ਹੁਣ ਦੀ ਡੇਟ ਵਿੱਚ ਸਿਰਫ ਕਾਲਜ ਜਾਣਾ ਜ਼ਰੂਰੀ ਨਹੀਂ ਹੈ ਇੱਕ ਅੱਛੇ ਕਾਲਜ ਜਾਣਾ ਵੀ ਬਹੁਤ ਜ਼ਰੂਰੀ ਹੈ ਸਾਰਾ ਜਿਹੜਾ ਪ੍ਰਾਇਮਰੀ ਔਰ ਸੈਕੰਡਰੀ ਸਕੂਲ ਸਿਸਟਮ ਹੈ ਇੱਥੇ ਦਾ ਉਹ ਤਿਆਰ ਕਰਦਾ ਹੈ ਬੱਚਿਆਂ ਨੂੰ ਅੱਛੇ ਤੋਂ ਅੱਛੇ ਕਾਲਜ ਦੀ ਤਰਫ ਜਾਣ ਵਾਸਤੇ ਪਹਿਲਾਂ ਇਸ ਮੁਲਕ ਵਿੱਚ ਕੁਝ ਸਟੈਂਡਰਡ ਟੈਸਟ ਹੁੰਦੇ ਸੀਗੇ ਜਿਵੇਂ SAT ਵਗੈਰਾ ਟੈਸਟ ਜਿਹੜੇ ਟੌਪ ਯੂਨੀਵਰਸਿਟੀ ਸੀਗੀਆਂ ਉਹ ਇਨ ਟੈਸਟ ਨੂੰ ਐਕਸੈਪਟ ਕਰਦੇ ਸਨ ਔਰ ਉਨ ਬੇਸਿਸ 'ਤੇ ਉਹ ਤੁਹਾਨੂੰ ਐਡਮਿਸ਼ਨਸ ਦਿੰਦੇ ਸਨ ਇਹ ਫਿਰ ਥੋੜ੍ਹਾ ਈਜ਼ੀ ਸੀਗਾ ਕਿਉਂਕਿ ਆਪਾਂ ਨੂੰ ਪਤਾ ਸੀ ਕਿ ਕੀ ਕਰਨਾ ਹੈ ਅਸੀਂ ਸਾਡੇ ਬੱਚੇ ਬੈਠ ਕੇ ਮਿਹਨਤ ਕਰਦੇ ਸਨ ਜ਼ਿਆਦਾ ਨੰਬਰ ਲੈਂਦੇ ਸਨ ਔਰ ਉਨ ਅੱਛੇ ਸਕੂਲਾਂ ਵਿੱਚ ਜਾਂਦੇ ਸਨ ਅੱਜ ਦੀ ਡੇਟ ਵਿੱਚ ਜਿਹੜੇ ਕੁਝ ਟੌਪ ਸਕੂਲਸ ਹਨ ਉਹਨਾਂ ਨੇ SAT ਸਕੋਰ ਨੂੰ ਐਡਮਿਸ਼ਨ ਪ੍ਰੋਸੈਸ ਵਿੱਚ ਰਿਵਿਊ ਕਰਨ ਤੋਂ ਮਨਾ ਕਰ ਦਿੱਤਾ ਹੈ ਉਹ ਕਹਿੰਦੇ ਨੇ ਕਿ ਕੁਝ ਹੋਰ ਜਿਹੜੇ ਪੈਰਾਮੀਟਰਸ ਹਨ ਉਹਨਾਂ ਨੂੰ ਉਹ ਵੇਖਾਂਗੇ ਐਡਮਿਸ਼ਨ ਦੇਣ ਤੋਂ ਪਹਿਲਾਂ ਉਹ ਪੈਰਾਮੀਟਰਸ ਕੀ ਹਨ ਅੱਜ ਅਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਮਨਦੀਪ ਸਿੰਘ ਜੀ ਦੇ ਰਾਹੀਂ ਮਨਦੀਪ ਸਿੰਘ ਜੀ ਜੋ ਕਿ ਇੱਕ ਫਾਰਮਰ ਪ੍ਰੋਫੈਸਰ ਹੈਗੇ ਔਰ ਆਪ ਕਾਰਪੋਰੇਟ ਵਰਲਡ ਵਿੱਚ ਪ੍ਰਾਈਵੇਟ ਇਕੁਇਟੀ ਦੀ ਦੁਨੀਆ ਵਿੱਚ ਇੱਕ ਬੜੇ ਸਕਸੈਸਫੁਲ ਬਿਜ਼ਨਸ ਪ੍ਰੋਫੈਸ਼ਨਲ ਹੈਗੇ ਮਨਦੀਪ ਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਦੱਸ ਰਹੇ ਸੀਗੇ ਕਿ ਕੀ ਪੈਰਾਮੀਟਰਸ ਔਰ ਤੁਸੀਂ ਸਪੋਰਟਸ ਦੀ ਗੱਲ ਕਰ ਰਹੇ ਸੀ ਅਸੀਂ ਦੇਖਿਆ ਬਹੁਤ ਸਟੂਡੈਂਟਸ ਇੱਥੇ ਬੜੀ ਛੋਟੀ ਉਮਰ ਤੋਂ ਸਪੋਰਟਸ ਖੇਡਣਾ ਸ਼ੁਰੂ ਕਰਦੇ ਨੇ ਔਰ ਪੇਰੈਂਟਸ ਬੜਾ ਪੁਸ਼ ਕਰਦੇ ਨੇ ਕਦੀ ਇੱਕ ਗੇਮ ਤੇ ਲੈ ਕੇ ਜਾ ਰਹੇ ਨੇ ਕਦੀ ਦੂਸਰੀ ਗੇਮ ਤੇ ਲੈ ਕੇ ਜਾ ਰਹੇ ਨੇ ਕਿ ਜਿਹੜਾ ਬੱਚਾ ਹੈ ਉਹ ਆਈ ਡੋਨਟ ਨੋ ਹਿਟ ਐਂਡ ਟ੍ਰਾਇਲ ਕਿਸੇ ਗੇਮ ਵਿੱਚ ਸਪੋਰਟ ਵਿੱਚ ਚੱਲ ਜਾਏ ਤੇ ਅੱਗੇ ਕਾਲਜ ਐਡਮਿਸ਼ਨ ਵਿੱਚ ਉਸ ਦੀ ਥੋੜੀ ਹੈਲਪ ਹੋ ਜਾਏ ਕਿਆ ਸਪੋਰਟਸ ਹੈਲਪ ਕਰਦੀ ਹੈ ਕਾਲਜ ਐਡਮਿਸ਼ਨ ਵਿੱਚ ਵੇਖੋ ਜੀ ਇੱਕ ਟਾਈਮ ਸੀਗਾ ਇੱਥੇ SAT ACT were the primary factors to look at of the scores ਹਾਂਜੀ admission ਲਈ ਹਾਂਜੀ and second was the writing skills ਅੱਛਾ ਜੀ and of course that's very important if you ask me in the work culture you will still find spelling mistakes not arguments very well orated काफी gaps आगे सीखे जी over a period of time देखते देखते three communities I think the Indians the Chinese and the Koreans because of their hard work discipline commitment towards education जी और पूरे number ही लाए थे सी scores जी universities had to honor down K universities to see jao to these three communities you see them a lot जी in all the good departments and good campuses than the locals and of course it was expected कि हर जगह फिर जब migrant आगे आता है imbalance और थोड़ी सी friction बढ़ जाती है जी and पिछले 4-5 साल से ये ਵੇਖਣ ਨੂੰ ਮਿਲ ਰਿਹਾ ਸੀ ਕਿ ਬਈ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਂਦਾ and Asians, Chinese, Indians, they were just not in academia, they were very good in sports as well. And co-curricular activities also, because it seems they were managing their time very well. जी They are not wasting time. जी
And of course, with those kind of skills, they did get to good universities. ਹੁਣ ਇਹਨਾਂ ਨੇ ਕੀ ਕੀਤਾ ਕਿ ਹੁਣ ਕਹਿ ਰਹੇ ਨੇ ਕਿ ਬਈ ਹੁਣ ਅਸੀਂ ਇਹ ਸਕੋਰਸ ਨਹੀਂ ਵੇਖਾਂਗੇ, we'll just take you on the basis of sports, cultural activities, your image in the society and your grades, whatever they may be. So that becomes a very open-ended admission process. ਜੀ ਕੱਲ ਨੂੰ ਉਹ ਕਹਿਣ ਯਾਰ ਇਹ ਸਾਨੂੰ ਚੰਗਾ ਨਹੀਂ ਲੱਗ ਰਿਹਾ. So it's like going to be very difficult for students to make their mark, especially the three communities ਕਿ ਅਸੀਂ ਇਹਦੇ ਚੰਗੇ ਸੀ, ਸਾਡੀ ਐਡਮਿਸ਼ਨ ਕਿਉਂ ਨਹੀਂ ਹੋਈ. ਹਾਂਜੀ Because except MIT ਸਾਰੀ ਯੂਨੀਵਰਸਿਟੀਜ਼ ਕਹਿ ਰਹੀਆਂ ਨੇ ਦੇਣਾ ਲਓ, ਨਹੀਂ ਲੈਣਾ ਨਾ ਲਓ. MIT ਕਹਿੰਦਾ ਮੈਂ ਤਾਂ ਸਕੋਰ ਵੇਖਣੀ ਵੇਖਣੀ. ਜੀ Without that, our image will be not the same because we need students of a certain caliber. ਜੀ ਇਹ ਨਾ ਹੈ ਨਾ ਕਿ ਤੁਸੀਂ ਐਡਮਿਸ਼ਨ ਦੇ ਦਿਓ ਪਰ ਮੁੰਡੇ ਪਾਸ ਕੁੜੀਆਂ ਪਾਸ ਹੀ ਨਾ ਹੋਣ ਕਿਉਂਕਿ ਇਮਤਿਹਾਨ ਮੁਸ਼ਕਿਲ ਨੇ. ਜੀ ਸੋ ਉਹ ਤਾਂ ਬੜੇ ਕਲੀਅਰ ਨੇ. ਬਾਕੀ ਯੂਨੀਵਰਸਿਟੀਜ਼ ਨੇ ਹਾਲੇ ਕੁਝ ਨਹੀਂ ਕਿਹਾ, ਕਹਿੰਦੇ ਵੀ ਵਿਲ ਨਾਟ ਸੀ. ਬਟ ਸਪੋਰਟਸ ਇਜ਼ ਵੈਰੀ ਇੰਪੋਰਟੈਂਟ. ਦੇ ਵਾਂਟ ਪੀਪਲ ਟੂ ਹੈਵ ਦੈਟ ਵਿਗਰ of winning. Because at the end of the day, नौकरी में लोगे, you have to go there, make presentations, you have to win, sales करो, marketing करो, tech. You have to have that stamina to work. क्योंकि ये नौकरियां ਜਦੋਂ ਫਿਰ ਜਾ ਕੇ ਅੱਗੇ ਕਰਦੇ ਨੇ ਹੁਣ 14 ਘੰਟੇ 15 ਘੰਟੇ ਤਾਂ ਸ਼ੁਰੂ ਚ ਕਰਨੇ ਹੀ ਨੇ. ਇੱਥੇ 9 to 5 ਦਾ ਕਨਸੈਪਟ ਹੈ ਨਹੀਂ, ਸਰਕਾਰੀ ਨੌਕਰੀ ਤਾਂ ਹੈ ਨਹੀਂ. ਜੀ ਕਾਰਪੋਰੇਟ ਤਾਂ ਤੁਸੀਂ ਗਏ ਤਾਂ they need that stamina. And for that they see how well rounded you are, because when these people go into international meetings they need you to be cross cultural. ਹੁਣ ਤੁਸੀਂ ਅਗਰ ਬਲੂਮਬਰਗ ਵਿੱਚ ਹੈਗੇ ਹੋ ਜਾਂ ਤੁਸੀਂ ਚੇਸ ਬੈਂਕ ਵਿੱਚ ਹੈਗੇ ਹੋ and you are dealing with people in Europe or people in Switzerland or France or Paris, you have to have those soft skills to manage with people in other countries, not just within yourself. ਜੀ ਔਰ ਮਨਦੀਪ ਜੀ ਅਸੀਂ ਵੇਖਿਆ ਹੈ ਕਿਉਂਕਿ ਬਾਕੀ ਸਾਰੀ ਕੰਟਰੀਜ਼ ਵਿੱਚ ਐਜੂਕੇਸ਼ਨ ਸਸਤੀ ਹੈ ਔਰ ਜ਼ਿਆਦਾ ਈਜ਼ੀਲੀ ਅਵੇਲੇਬਲ ਹੈ. ਇੱਥੇ ਤਾਂ ਐਡਮਿਸ਼ਨ ਵੀ ਬੜੀ ਔਖੀ ਹੈ ਔਰ ਮਹਿੰਗੀ ਵੀ ਹੈ. ਅਤੇ ਸਿੰਪਲ ਪੋਜੀਸ਼ਨਸ ਵਾਸਤੇ ਵੀ ਇੱਕ ਪਾਸੇ ਇੱਥੇ ਦਾ ਅਗਰ ਇੱਕ ਕਮਿਊਨਿਟੀ ਕਾਲਜ ਦਾ ਸਟੂਡੈਂਟ ਹੈ ਤਾਂ ਉਹ ਕੰਪੀਟ ਕਰਦਾ ਪਿਆ ਜਿਸ ਬੰਦੇ ਨਾਲ ਜਿਸਨੇ PhD ਕੀਤੀ ਹੋਈ ਹੈ. ਜਰਮਨੀ ਵਿੱਚ ਆਈ ਥਿੰਕ ਆਲਮੋਸਟ ਐਵਰੀ ਥਰਡ ਸਟੂਡੈਂਟ ਇਜ਼ ਅ PhD, ਰਾਈਟ. ਤਾਂ ਇਸ ਗਲੋਬਲਾਈਜ਼ਡ ਇਕੋਨੋਮੀ ਵਿੱਚ, ਗਲੋਬਲਾਈਜ਼ਡ ਵਰਲਡ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਸਰਕਾਰ ਨੂੰ, ਅਮਰੀਕਾ ਨੂੰ ਵੀ ਐਜ਼ ਅ ਸਿਸਟਮ, ਐਜ਼ ਅ ਕੰਟਰੀ ਇਹ ਸੋਚਣਾ ਪਏਗਾ ਕਿਉਂਕਿ ਇਹਨਾਂ ਦੀ ਰੇਟਸ ਇੰਨੇ ਜ਼ਿਆਦਾ ਵੱਧ ਗਏ ਦੇ ਨੇ, ਇੰਨੀ ਮਹਿੰਗੀ ਹੋ ਗਈ ਦੀ ਹੈ ਕਿ ਆਈ ਵੁੱਡ ਸੇ ਨਾਟ ਟੂ ਮੈਨੀ ਪੀਪਲ ਕੈਨ ਅਫੋਰਡ ਦੈਟ ਐਜੂਕੇਸ਼ਨ ਅਤੇ ਉਸ ਤੋਂ ਉਹ ਡਿਪਰਾਈਵ ਹੁੰਦੇ ਪਏ ਨੇ. ਮੈਂ ਤੁਹਾਨੂੰ ਇਸ ਸਿਨੈਰੀਓ ਵਿੱਚ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ ਕਿਉਂਕਿ ਅਗੇਨ ਐਜ਼ ਵੀ ਸੇ ਸਾਡੀ ਕਮਿਊਨਿਟੀ ਇੱਥੇ ਨਵੀਂ ਹੈ. ਐਜੂਕੇਸ਼ਨ ਆਪਾਂ ਸਕੂਲ ਕਰਦੇ ਹਾਂ, ਫਿਰ ਕਾਲਜ ਕਰਦੇ ਹਾਂ, ਫਿਰ ਗ੍ਰੈਜੂਏਟ ਸਕੂਲ ਜਾਂਦੇ ਆ. ਕਈ ਸਾਡੇ ਜਿਹੜੇ ਕਮਿਊਨਿਟੀ ਦੇ ਕਈ ਬੱਚੇ ਜੋ ਪਿੱਛੋਂ ਆਉਂਦੇ ਨੇ, ਕਈ ਇੱਥੇ ਵੀ ਆਪਾਂ ਵੇਖਿਆ ਹੈ ਉਹ ਸਕੂਲ ਦੇ ਬਾਅਦ ਟ੍ਰੇਡਸ ਵਿੱਚ ਵੜ ਜਾਂਦੇ ਨੇ, ਕੰਸਟਰਕਸ਼ਨ ਵਿੱਚ, ਵੈਲਡਿੰਗ ਵਿੱਚ, ਪਲੰਬਿੰਗ ਵਿੱਚ, ਇਲੈਕਟ੍ਰੀਸ਼ੀਅਨਸ. ਕਿਆ ਉਹ ਜਿਹੜੇ ਟ੍ਰੇਡ ਸਕੂਲਸ ਹਨ ਉਹ ਵੀ is an option? ਤੁਸੀਂ ਕਹਿੰਦੇ ਹੋ ਕਿ is that something they should look into or ਅਸੀਂ ਮਨਦੀਪ ਜੀ ਮੈਂ ਮਾਫੀ ਚਾਹੁੰਦਾ, ਬ੍ਰੇਕ ਦਾ ਸਮਾਂ ਹੋ ਰਿਹਾ ਹੈ. ਇਹ ਸਵਾਲ ਬੜਾ ਇੰਪੋਰਟੈਂਟ ਹੈ, ਇਸ ਦਾ ਜਵਾਬ ਤੁਹਾਡੇ ਤੋਂ ਲਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ. ਤੁਸੀਂ ਵੇਖਦੇ ਰਹੋ ਅੱਜ ਦਾ ਮੁੱਦਾ. ਅੱਜ ਦਾ ਮੁੱਦਾ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ. ਮੈਂ ਤੁਹਾਡਾ ਹੋਸਟ ਹਰਜੋਤ ਸਿੰਘ. ਬ੍ਰੇਕ ਤੇ ਜਾਣ ਤੋਂ ਪਹਿਲਾਂ ਮਨਦੀਪ ਜੀ ਨੇ ਗੱਲ ਸ਼ੁਰੂ ਕੀਤੀ ਸੀ ਟ੍ਰੇਡ ਸਕੂਲਸ ਦੀ. ਜਿਵੇਂ ਆਪਾਂ ਪਹਿਲਾਂ ਵੀ ਕਿਹਾ, ਐਜੂਕੇਸ਼ਨ ਇਸ ਮੁਲਕ ਵਿੱਚ ਬਹੁਤ ਇੰਪੋਰਟੈਂਟ ਹੈ. ਜਿਹੜੀ ਟ੍ਰੇਨਿੰਗ ਹੈਗੀ ਹੈ ਉਹ ਭਾਵੇਂ ਕਾਲਜ ਐਂਡ ਗ੍ਰੈਜੂਏਟ ਐਂਡ ਪੋਸਟ ਗ੍ਰੈਜੂਏਟ ਲੈਵਲ 'ਤੇ ਹੋਏ, ਜਾਂ ਕਈ ਲੋਕ ਇਹ ਵਿਊ ਕਰਦੇ ਨੇ ਕਿ ਬਈ ਹਾਈ ਸਕੂਲ ਦੇ ਬਾਅਦ ਜਿਹੜੇ ਸਕਿੱਲਸ ਹੈਗੇ ਜਿਵੇਂ ਇਲੈਕਟ੍ਰੀਸ਼ੀਅਨ ਦਾ, ਡਿਫਰੈਂਟ ਟ੍ਰੇਡ ਜਿਹੜੇ ਉਸਦੇ ਜਿਹੜੀ ਟ੍ਰੇਨਿੰਗ ਹੈ ਉਹ ਵੀ ਇਕੁਅਲੀ ਇੰਪੋਰਟੈਂਟ ਹੈ ਔਰ ਕਈ ਲੋਕ ਆਰਗਿਊ ਕਰਦੇ ਨੇ ਈਵਨ ਮੋਰ ਇੰਪੋਰਟੈਂਟ ਹੈ. ਮਨਦੀਪ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ 'ਚ? ਸੀ ਵੇਖੋ, ਇਹ ਤਾਂ ਬੰਦੇ ਦੀ ਆਪਣੀ ਓਨ ਪਰਸਨਲ ਚੋਇਸ ਹੁੰਦੀ ਹੈ ਜੀ ਕਿ ਵਾਟ ਇਜ਼ देयर ਗੋਲ ਐਂਡ ਐਂਬੀਸ਼ਨ ਇਨ ਲਾਈਫ. ਉਹ ਉਸ ਹਿਸਾਬ ਦੇ ਨਾਲ ਮਿਹਨਤ ਕਰਦਾ ਹੈ. ਜੀ ਜੀ ਜੀ. ਐਂਡ
they all try to accomplish a goal, whatever they want to achieve. ਅਗਰ ਤੁਸੀਂ ਡਾਕਟਰ ਬਣਨਾ ਹੈ ਉਹਦੀ ਮਿਹਨਤ ਵੱਖਰੀ ਹੈ, ਜੀ ਤੁਸੀਂ ਟ੍ਰੇਡ ਸਕੂਲ ਜਾਣਾ ਹੈ ਉਹਦੀ ਮਿਹਨਤ ਵੱਖਰੀ ਹੈ, ਤੁਸੀਂ ਬਿਜ਼ਨਸ ਵਿੱਚ ਜਾ ਕੇ ਕੰਪਨੀ ਖੋਲਣੀ ਹੈ, ਸਟਾਰਟਅਪ ਕਰਨੀ ਹੈ, ਸਟਾਕ ਮਾਰਕੀਟ ਤੇ ਲਿਜਾਣੀ ਹੈ, ਤੁਸੀਂ $1 ਬਿਲੀਅਨ ਦਾ ਰਿਟਰਨ ਵੇਖਣਾ ਹੈ, ਉਹਦੀ ਮਿਹਨਤ ਵੱਖਰੀ ਹੈ। ਜੀ So that just comes from the ambition that you have. ਜੀ ਜੀ ਤਾਂ ਵੇਖੋ ਗਿਵ ਐਂਡ ਟੇਕ ਜਿੰਨੀ ਵੀ ਆਬਾਦੀ ਦੁਨੀਆ ਵਿੱਚ ਹੈ, ਜੀ ਜਿਹੜੇ ਵੀ ਫੈਮਿਲੀ ਹੈਗੀ ਹੈ, ਉਹ ਸਾਰਿਆਂ ਦੀ ਸੋਚ ਇੱਕੋ ਹੀ ਹੁੰਦੀ ਹੈ ਕਿ ਜਿੱਥੇ ਤੱਕ ਅਸੀਂ ਕੀਤਾ ਹੈ ਸਾਡੇ ਬੱਚੇ ਉਸ ਤੋਂ ਅੱਗੇ ਕਰਨ। ਜੀ ਹੁਣ ਉਹ ਉਸ ਤੋਂ ਅੱਗੇ ਕੀ ਹੈ ਉਹਨਾਂ ਦੇ ਹਿਸਾਬ ਨਾਲ, ਇਟਸ ਬਿਕਾਜ਼ ਫੈਮਿਲੀ ਟੂ ਫੈਮਿਲੀ, ਜੀ ਰਾਈਟ। ਜੀ ਜੀ ਉਹ ਹੁਣ ਐਵਰੀ ਫੈਮਿਲੀ ਹੈਜ਼ ਟੂ ਡਿਸਾਈਡ ਕਿ ਸਾਡਾ ਮਤਲਬ ਗਰੋਥ ਕੀ ਹੈ। ਜੀ ਮਨਦੀਪ ਜੀ ਅਸੀਂ ਐਂਡ ਸੌਰੀ ਹਾਂਜੀ ਹਾਂਜੀ ਨਹੀਂ ਮੈਂ ਸਮਾਂ ਸਾਡੇ ਕੋਲ ਬਹੁਤ ਨਹੀਂ ਰਹਿ ਗਿਆ। ਮੈਂ ਤੁਹਾਨੂੰ ਇਹ ਪੁੱਛਣਾ ਚਾਹ ਰਿਹਾ ਸੀਗਾ, ਜਿਵੇਂ ਇਹ ਇਮੀਗ੍ਰੈਂਟਸ ਦਾ ਮੁਲਕ ਹੈ, ਆਪਾਂ ਵੇਖਿਆ ਆਇਰਿਸ਼ ਕਿਸੇ ਟਾਈਮ ਤੇ ਆਏ, ਇਟਾਲੀਅਨਸ ਆਏ, ਔਰ ਉਹਨਾਂ ਨੇ ਬੜਾ ਫੋਕਸ ਕੀਤਾ ਕਿ ਬਈ ਦੇ ਫੈਲਟ ਕਿ ਸਾਡਾ ਜਿਹੜਾ ਮਿਡਲ ਕਲਾਸ ਦਾ ਜਿਹੜਾ ਪੈਥ ਹੈਗਾ ਉਹ ਪੁਲਿਸ ਸਰਵਿਸਿਜ਼ ਹੈਗੀਆਂ, ਉਹ ਫਾਇਰਮੈਨ ਜਿਹੜੇ ਡਿਪਾਰਟਮੈਂਟਸ ਹੈਗੇ, ਫਾਇਰ ਡਿਪਾਰਟਮੈਂਟ ਉਹ ਹੈਗੇ। ਸਾਡੀ ਕਮਿਊਨਿਟੀ ਵਾਸਤੇ ਅਸੀਂ ਹਮੇਸ਼ਾ ਇਹ ਫੀਲ ਕਰਦੇ ਹਾਂ ਕਿ ਜੋ ਐਜੂਕੇਸ਼ਨ ਹੈ ਉਹ ਦੈਟ ਇਜ਼ ਦ ਟਿਕਟ, ਰਾਈਟ। ਔਰ ਉਸ ਟਿਕਟ ਨੂੰ ਅਸੀਂ ਕਾਫੀ ਉਸਦਾ ਫਾਇਦਾ ਵੀ ਚੁੱਕਿਆ, ਯੂਜ਼ ਵੀ ਕੀਤਾ ਹੈ। ਤੁਸੀਂ ਸਾਡੇ ਪੇਰੈਂਟਸ ਦਾ ਤੁਸੀਂ ਸਾਡੀ ਇਹ ਖੁਸ਼ਕਿਸਮਤ ਹੈ ਕਿ ਤੁਹਾਡੇ ਜਿਹਾ ਪੜ੍ਹਾ ਲਿਖਾ ਬੰਦਾ, ਸਕਸੈਸਫੁਲ ਬੰਦਾ ਸਾਡੀ ਕਮਿਊਨਿਟੀ ਵਿੱਚ ਸ਼ਾਮਿਲ ਹੈ, ਔਰ ਇਸ ਵੇਲੇ ਤੁਸੀਂ ਸਾਡੇ ਜਿਹੜੇ ਵਿਊਅਰਸ ਹੈ ਉਹਨਾਂ ਨੂੰ ਉਹ ਨੌਲੇਜ ਤੁਸੀਂ ਦੇ ਰਹੇ ਹੋ, ਉਹਨਾਂ ਨਾਲ ਵੰਡ ਰਹੇ ਹੋ। ਕੀ ਤੁਸੀਂ ਉਹਨਾਂ ਨੂੰ ਕਹਿਣਾ ਚਾਹੋਗੇ ਕਿ ਇਸ ਵੇਲੇ ਜਿਨ੍ਹਾਂ ਦੇ ਬੱਚੇ ਪ੍ਰਾਇਮਰੀ ਸਕੂਲ ਵਿੱਚ ਹਨ, ਮਿਡਲ ਸਕੂਲ ਵਿੱਚ ਹਨ, ਹਾਈ ਸਕੂਲ ਵਿੱਚ ਹਨ, ਪੇਰੈਂਟਸ ਨੂੰ, ਔਰ ਜੋ ਬੱਚੇ ਉਸ ਕਾਗਾਰ ਤੇ ਖੜੇ ਨੇ ਜਿੱਥੇ ਦੇ ਹੈਵ ਟੂ ਟੇਕ ਦੇਅਰ ਨੈਕਸਟ ਸਟੈਪਸ, ਕੀ ਤੁਸੀਂ ਉਹਨਾਂ ਨੂੰ ਐਡਵਾਈਸ ਕਰਨਾ ਚਾਹੋਗੇ? ਵੇਖੋ ਦਿਲੋਂ ਐਡਵਾਈਸ ਆਉਂਦੀ ਹੈ ਜੀ, ਤਾਂ ਬੀਇੰਗ ਅ ਸਿੱਖ, ਹਾਂਜੀ, ਸਾਡੇ ਕੋਲ ਬੜੀ ਇਹੋ ਜਿਹੀ ਕੁਆਲਿਟੀਜ਼ ਨੇ ਜੋ ਸਾਨੂੰ ਪਤਾ ਵੀ ਨਹੀਂ ਕਿ ਲੋਕਾਂ ਕੋਲ ਨਹੀਂ ਹੁੰਦੀਆਂ। ਮੈਂ ਦੁਨੀਆ ਵੇਖ ਕੇ ਹੀ ਦੱਸ ਰਿਹਾ। ਸਿੱਖਾਂ ਦਾ ਜਿਹੜਾ ਕਮਿਟਮੈਂਟ ਹੁੰਦਾ ਹਰ ਚੀਜ਼ ਲਈ, ਸਿੱਖਾਂ ਦੀ ਜਿਹੜੀ ਡੈਡੀਕੇਸ਼ਨ ਹੈ ਜੀ ਕੋਈ ਵੀ ਕੰਮ ਲਈ, ਸਿੱਖਾਂ ਦੀ ਜਿਹੜੀ ਹਾਈ ਸਪਿਰਿਟ ਹੈ ਜੀ, ਚੜ੍ਹਦੀ ਕਲਾ, ਖੁਸ਼, ਚੜ੍ਹਦੀ ਕਲਾ, ਖੁਸ਼ ਰਹਿਣਾ ਜੀ, ਕਿਸੇ ਦੀ ਮਦਦ ਕਰਨਾ, ਇਹ ਸਾਡੇ ਘਰਾਂ ਵਿੱਚ ਸਿਖਾਇਆ ਜਾਂਦਾ, ਸਾਨੂੰ ਪਤਾ ਵੀ ਨਹੀਂ ਲੱਗਦਾ ਜੀ। ਤਾਂ ਇਹ ਜਿਹੜੀ ਸਾਡੇ ਹੁਨਰ ਹੈਗੇ ਨੇ ਸਿੱਖਾਂ ਦੇ, ਇਹ ਸਾਨੂੰ ਪਹਿਲਾਂ ਹੀ ਬੜਾ ਉੱਚੇ ਲੈ ਜਾਂਦੇ ਨੇ ਜੀ, ਕਿ ਸਾਨੂੰ ਪਤਾ ਨਹੀਂ ਹੁੰਦਾ। ਇਹ ਮੈਂ ਤੁਹਾਨੂੰ ਦੱਸ ਰਿਹਾ, ਮੈਂ ਵੇਖਿਆ ਆਪਣੇ ਸਟੂਡੈਂਟਸ ਵਿੱਚ ਹੀ ਵੇਖਿਆ, ਉਹਨਾਂ ਨੂੰ ਪਤਾ ਨਹੀਂ ਉਹਨਾਂ ਚੋਂ ਸਕਿੱਲਸ ਹੈ, ਬਿਕੋਜ਼ ਇਟਸ ਨਾਰਮਲ, ਕਿਉਂਕਿ ਨਾਰਮਲ ਹੈ ਜੀ। ਲੋਕੀ ਕਹਿੰਦੇ ਨੇ ਇਹਨੇ ਪੱਗ ਬੰਨੀ ਹੈ, ਵੱਖਰਾ ਹੈ, ਬਟ ਦੋ ਸਕਿੱਲਸ ਆਰ ਵੈਰੀ ਹਾਈ ਵਿਦ ਦ ਪੱਗ ਜੋ ਨਾਲ ਜੁੜੀਆਂ ਆਉਂਦੀਆਂ ਨੇ, ਉਹ ਕਾਫੀ ਘੱਟ ਸਰਦਾਰ ਸਮਝ ਪਾਉਂਦੇ ਨੇ ਕਿ ਜਿਨ੍ਹਾਂ ਕੋਲ ਨਹੀਂ ਪੱਗ ਹੈਗੀ ਉਹਨਾਂ ਕੋਲ ਕੁਝ ਵੀ ਨਹੀਂ ਹੈਗਾ ਜੀ। ਤਾਂ ਜਦੋਂ ਸਰਦਾਰ ਫਿਰ ਅੱਗੇ ਜਾ ਕੇ ਮੂੰਹ ਖੋਲਦੇ ਨੇ, ਆਪਣੇ ਸਕਿੱਲਸ ਦਿਖਾਉਂਦੇ ਨੇ, ਉਹਨਾਂ ਦੀ ਹਰ ਜਗ੍ਹਾ ਹੀ ਵਾਹ ਵਾਹ ਹੋ ਜਾਂਦੀ ਹੈ ਜੀ। ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਵਾਹ ਵਾਹ ਹੋ ਕਿਉਂ ਰਹੀ ਹੈ। ਕਈ ਵਾਰੀ ਪਤਾ ਵੀ ਨਹੀਂ ਲੱਗਦਾ, ਕਈ ਵਾਰੀ ਤੁਹਾਨੂੰ ਸੜਕ ਤੇ ਚੱਲਦੇ ਕਈ ਰੋਕ ਲੈਂਦੇ ਨੇ ਕਿ ਯੂ ਆਰ ਏ ਸਿੱਖ, ਯੂ ਆਰ ਦਾ ਪੀਪਲ ਔਨ ਦਾ ਪਲੈਨਟ, ਕਿ ਦੁਨੀਆ ਦਾ ਧਿਆਨ ਰੱਖਦੇ ਹੋ ਜੀ। ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਹਾਡੀ ਸੋਚ, ਦੇਖੋ ਜਿਨ੍ਹਾਂ ਨੂੰ ਸਮਝ ਨਹੀਂ ਹੈ ਉਹਨਾਂ ਤਾਂ ਪੁੱਠੀ ਸਿੱਧੀ ਗੱਲਾਂ ਕਰਨੀਆਂ ਨੇ, ਉਹਨਾਂ ਦਾ ਬੁਰਾ ਮੰਨਣਾ ਵੀ ਨਹੀਂ, ਬਿਕੋਜ਼ ਜਿਹਨੂੰ ਸਮਝ ਹੀ ਨਹੀਂ ਉਹਨਾਂ ਤੁਸੀਂ ਕੀ ਬਹਿਸ ਕਰੋਗੇ ਜੀ। ਪਰ ਜਿਹਨੂੰ ਸਿੱਖਾਂ ਦਾ ਪਤਾ ਹੈ ਉਹ ਖੜਾ ਹੋ ਕੇ ਤਾਰੀਫ ਕਰਕੇ ਫਿਰ ਅੱਗੇ ਵਧਦਾ ਹੈ ਜੀ। ਤਾਂ ਸਿੱਖ ਅਗਰ ਥੋੜਾ ਜਿਹਾ ਮਿਹਨਤ ਥੋੜੀ ਜਿਹੀ ਵੀ ਕਰਦੇ ਨੇ ਤਾਂ ਬੜਾ ਅੱਗੇ ਨਿਕਲ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਮਿਹਨਤ ਕਰਨੀ ਆਉਂਦੀ ਹੈ ਜੀ। ਇਹ ਮਿਹਨਤ ਕੋਈ ਨਵੀਂ ਚੀਜ਼ ਨਹੀਂ ਹੈਗੀ ਜੀ। ਦੇ ਹੈਵ ਸੀਨ ਦ ਪੇਰੈਂਟਸ ਆਲਸੋ ਵਰਕਿੰਗ ਹਾਰਡ। ਇਹ ਤਾਂ ਹੈ ਨਹੀਂ ਕਿ ਪੇਰੈਂਟ ਮਤਲਬ ਇਟਸ ਅ ਪਾਰਟ ਆਫ ਅ ਕਲਚਰ, ਇਟਸ ਅ ਪਾਰਟ ਆਫ ਅ ਥ੍ਰੈਡ ਜੀ। ਇਹ ਆਪੇ ਹੀ ਹੋ ਜਾਂਦਾ ਹੈ ਜੀ, ਮਿਹਨਤ ਆਪੇ ਹੋ ਜਾਂਦੀ ਹੈ ਜੀ। ਉਹ ਅਗਰ ਥੋੜੀ ਜਿਹੀ ਮਿਹਨਤ ਨੂੰ ਤੁਸੀਂ ਰਸਤਾ ਦੇ ਦਿਓ ਤਾਂ ਸਿੱਖ, ਮੈਂ ਨਹੀਂ ਕਹਿੰਦਾ ਹਾਲੇ ਵੀ ਪਿੱਛੇ ਨੇ, ਹਾਲੇ ਵੀ ਅੱਗੇ ਹੀ ਨੇ, ਕਿਉਂਕਿ ਜਿੱਥੇ ਵੀ ਜਾਂਦੇ ਨੇ ਅੱਗੇ ਹੀ ਰਹਿੰਦੇ ਨੇ ਜੀ ਜੀ ਜੀ। ਬਟ ਇਟਸ ਅ ਡਿਫਰੈਂਸ, ਤੁਸੀਂ ਸਕਿਲਡ ਚ ਹੈਗੇ ਹੋ ਕਿ ਅਨਸਕਿਲਡ ਚ ਹੈਗੇ ਹੋ।
ਮਨਦੀਪ that's the gap. ਮਨਦੀਪ ਜੀ, ਇਹ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਔਰ ਤੁਸੀਂ ਸਾਡੇ ਸਾਰੇ ਵਿਊਅਰਸ ਲਈ, ਸਾਡੇ ਸਾਰਿਆਂ ਲਈ, ਸਾਨੂੰ ਚੜ੍ਹਦੀ ਕਲਾ ਵਿੱਚ ਤੁਸੀਂ ਇਸ ਵੇਲੇ ਸਾਡਾ ਇਸ ਪ੍ਰੋਗਰਾਮ ਦਾ ਇੱਥੇ ਟੂਵਰਡਸ ਯੂ ਹੈਵ ਟੇਕਨ ਅਸ ਟੂਵਰਡਸ ਦ ਐਂਡ। ਸਮਾਂ ਹੋਰ ਨਹੀਂ ਰਿਹਾ, ਤੁਹਾਡੇ ਨਾਲ ਅਸੀਂ ਹੋਰ ਗੱਲ ਕਰਦੇ। ਇਹ ਬੜੀ ਇੰਪੋਰਟੈਂਟ ਜਾਣਕਾਰੀ ਹੈ, ਮਗਰ ਅਸੀਂ ਗੁਜ਼ਾਰਿਸ਼ ਕਰਾਂਗੇ ਤੁਹਾਨੂੰ ਲੈ ਕੇ ਆਵਾਂਗੇ, ਆਪਣੇ ਵਿਊਅਰਸ ਦੇ ਨਾਲ ਰੂਬਰੂ ਕਰਾਂਗੇ। ਅੱਜ ਸਾਡੇ ਨਾਲ ਗੱਲ ਕਰਨ ਦਾ ਔਰ ਐਂਡ ਵਿੱਚ ਜਿਹੜਾ ਤੁਸੀਂ ਇਹ ਮੈਸੇਜ ਦਿੱਤਾ ਹੈ, ਹਰ ਇੱਕ ਨੂੰ ਆਪਣੀ ਜਿਹੜੀ ਕੁਆਲਿਟੀਜ਼ ਹਨ ਉਹਨਾਂ ਨੂੰ ਸਮਝਣਾ, ਉਹਨਾਂ ਨੂੰ ਹਾਰਨੈਸ ਕਰਨਾ ਬਹੁਤ ਜ਼ਰੂਰੀ ਹੈ ਅੱਜ ਦੀ ਡੇਟ ਵਿੱਚ। ਤੁਹਾਡਾ ਇਸ ਅੱਜ ਦੇ ਮੈਸੇਜ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਸਤਿ ਸ਼੍ਰੀ ਅਕਾਲ। ਇਹ ਸਨ ਸਾਡੇ ਗੈਸਟ ਮਨਦੀਪ ਸਿੰਘ ਮਲਹੋਤਰਾ ਜੀ। ਔਰ ਜਿਵੇਂ ਇਹਨਾਂ ਨੇ ਕਿਹਾ, ਇਹ ਗੱਲ ਉਹਨਾਂ ਦੀ ਬਿਲਕੁਲ ਜਾਇਜ਼ ਹੈ। ਕਈ ਲੋਕਾਂ ਵਿੱਚ ਆਪਣੀਆਂ ਇਹ ਕੁਆਲਿਟੀਜ਼ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਫੀਲ ਨਹੀਂ ਕਰਦੇ, ਬਾਹਰਲੇ ਫੀਲ ਕਰਦੇ ਹਾਂ, ਅਸੀਂ ਉਹਨਾਂ ਨੂੰ ਐਪਰੀਸ਼ੀਏਟ ਨਹੀਂ ਕਰਦੇ। ਬਟ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਉਨ ਕੁਆਲਿਟੀਜ਼ ਨੂੰ ਸਮਝੀਏ। ਇਸ ਸੁਸਾਇਟੀ ਵਿੱਚ ਸਕਸੈਸਫੁਲ ਹੋਣ ਵਾਸਤੇ ਜਿਹੜੀ ਵੀ ਕੁਆਲਿਟੀਜ਼ ਚਾਹੀਦੀਆਂ ਉਹ ਸਾਡੀ ਸਾਰੀ ਕਮਿਊਨਿਟੀ ਵਿੱਚ ਕੁੱਟ ਕੇ ਭਰੀ ਹੋਈ ਹਨ। ਮਿਹਨਤ, ਓਨੈਸਟੀ, ਡੈਡੀਕੇਸ਼ਨ, ਚੜ੍ਹਦੀ ਕਲਾ, ਟੀਮ ਵਰਕ, ਅਸੀਂ ਉਹ ਹਰ ਕੁਆਲਿਟੀ ਰੱਖਦੇ ਹਾਂ ਜੋ ਇਸ ਕਮਿਊਨਿਟੀ ਵਿੱਚ, ਇਸ ਮੁਲਕ ਵਿੱਚ, ਸਾਰੀ ਦੁਨੀਆ ਵਿੱਚ ਅੱਜ ਦੇ ਸਮੇਂ ਵਿੱਚ ਸਕਸੀਡ ਹੋਣ ਵਾਸਤੇ ਚਾਹੀਦੀਆਂ ਹਨ। ਔਰ ਕਾਫੀ ਸਾਡੇ ਲੋਕ ਬਹੁਤ ਜ਼ਿਆਦਾ ਸਕਸੈਸਫੁਲ ਹੈਗੇ ਵੀ ਹਨ। ਅਸੀਂ ਹੋਰ ਸਕਸੈਸਿਸ ਪਾਈਏ, ਸਾਡੀ ਫਿਊਚਰ ਜਨਰੇਸ਼ਨਸ ਵੀ ਜਿਹੜੀਆਂ ਹੈਗੀਆਂ ਉਹ ਇਸ ਤਰ੍ਹਾਂ ਹੀ ਸਕਸੈਸ ਪਾਉਂਦੇ ਹੀ ਰਹਿਣ। ਇਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਸਮੇਂ ਨੂੰ ਸਮਝੀਏ, ਸਮੇਂ ਦੀ ਮੰਗ ਨੂੰ ਸਮਝੀਏ। ਸਮੇਂ ਦੀ ਜਿਹੜੀ ਮੰਗ ਹੈ ਉਹ ਸਕਿੱਲ ਡਿਵੈਲਪਮੈਂਟ ਹੈ, ਉਹ ਐਜੂਕੇਸ਼ਨ ਹੈ, ਉਹ ਟ੍ਰੇਨਿੰਗ ਹੈ। ਔਰ ਇਸ ਮੁਲਕ ਵਿੱਚ ਉਹ ਬੈਸਟ ਲੈਵਲ 'ਤੇ ਤੁਸੀਂ ਕਿਵੇਂ ਅਚੀਵ ਕਰ ਸਕਦੇ ਹੋ, ਇਸ ਵਾਸਤੇ ਤੁਹਾਨੂੰ ਬਹੁਤ ਜ਼ਰੂਰੀ ਹੈ ਹਾਲੀ ਤੋਂ ਹੀ ਉਹ ਪੈਥ ਜਿਹੜਾ ਐਕਸਪੀਰੀਅੰਸ ਲੋਕਾਂ ਨਾਲ ਗੱਲ ਕਰੋ, ਆਪਣੇ ਸਕੂਲ ਵਿੱਚ ਜਿਹੜੇ ਕਾਉਂਸਲਰਸ ਹੈਗੇ ਉਹਨਾਂ ਨਾਲ ਗੱਲ ਕਰੋ, ਇੰਡਸਟਰੀ ਦੇ ਜਿਹੜੇ ਸਕਸੈਸਫੁਲ ਲੋਕ ਹੈਗੇ ਉਹਨਾਂ ਨਾਲ ਗੱਲ ਕਰੋ, ਉਹਨਾਂ ਦੇ ਪੈਥ 'ਤੇ ਚਲੋ, ਉਹਨਾਂ ਦੇ ਐਕਸਪੀਰੀਅੰਸ ਤੋਂ ਸਿੱਖੋ ਤਾਂ ਕਿ ਤੁਸੀਂ ਵੀ ਉਹੀ ਸਕਸੈਸਿਸ ਅੱਗੇ ਵੀ ਅਚੀਵ ਕਰ ਸਕੋ। ਅੱਜ ਦਾ ਮੁੱਦਾ ਦੇਖਣ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ।